ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਪੰਜਾਬ ਲਈ ਇੱਕ ਹੋਰ ਵੱਡੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਤੋਂ ਹੁਣ ਪੰਜਾਬ ਯੂਨੀਵਰਸਿਟੀ ਵੀ ਖੋਹੀ ਜਾ ਰਹੀ ਹੈ। ਡੰਡੀ 1966 ਵਿੱਚ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਐਲਾਨ ਦਿੱਤਾ ਗਿਆ ਸੀ, ਜਦੋਂ ਕਿ ਅਣਵੰਡੇ ਪੰਜਾਬ ਲਈ ਰਾਜਧਾਨੀ ਦੇ ਤੌਰ 'ਤੇ ਇਹ ਸ਼ਹਿਰ ਵਸਾਇਆ ਗਿਆ ਸੀ। ਡੰਡੀ ਉਸ ਸਮੇਂ ਇੱਥੋਂ 3 ਦਰਜਨ ਤੋਂ ਵੀ ਵਧੇਰੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜਿਆ ਗਿਆ ਸੀ। ਡੰਡੀ ਪੰਜਾਬ ਲਈ ਬਣਾਈ ਗਈ ਇਸ ਰਾਜਧਾਨੀ 'ਤੇ ਹਰ ਪੱਖੋਂ ਪੰਜਾਬ ਦਾ ਹੀ ਹੱਕ ਬਣਦਾ ਸੀ, ਕਿਉਂਕਿ ਦੇਸ਼ ਭਰ ਵਿੱਚ ਰਾਜਾਂ ਦੇ ਪੁਨਰਗਠਨ ਸਮੇਂ ਪਹਿਲੀਆਂ ਰਾਜਧਾਨੀਆਂ ਪੁਰਾਣੇ ਰਾਜਾਂ ਕੋਲ ਹੀ ਰਹੀਆਂ ਹਨ। ਡੰਡੀ ਨਵੇਂ ਬਣਨ ਵਾਲੇ ਰਾਜਾਂ ਲਈ ਨਵੀਆਂ ਰਾਜਧਾਨੀਆਂ ਬਣਾਈਆਂ ਗਈਆਂ ਹਨ। ਡੰਡੀ ਪਰ ਤਤਕਾਲੀ ਕੇਂਦਰੀ ਸਰਕਾਰਾਂ ਨੇ ਲਗਾਤਾਰ ਇੱਕ ਗਹਿਰੀ ਸਾਜ਼ਿਸ਼ ਅਧੀਨ ਇਸ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ। ਡੰਡੀ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਕੇਂਦਰੀ ਸਰਕਾਰਾਂ ਵੱਲੋਂ ਤੇ ਚੰਡੀਗੜ੍ਹ ਦੇ ਸਥਾਨਕ ਪ੍ਰਸ਼ਾਸਨਾਂ ਵੱਲੋਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਡੰਡੀ ਪੰਜਾਬੀ ਬੋਲੀ ਤਾਂ ਅਮਲੀ ਰੂਪ ਵਿੱਚ ਇਸ ਵਿੱਚੋਂ ਖਤਮ ਹੀ ਕਰ ਦਿੱਤੀ ਗਈ ਹੈ। ਡੰਡੀ ਪਹਿਰਾਂ ਪੰਜਾਬ ਦੀਆਂ ਸਰਕਾਰਾਂ ਵੀ ਇਸ ਪੱਖੋਂ ਅਵੇਸਲੀਆਂ ਬਣੀਆਂ ਰਹੀਆਂ ਹਨ। ਡੰਡੀ ਉਨ੍ਹਾਂ ਕਦੇ ਵੀ ਸਪਸ਼ਟ ਅਤੇ ਦ੍ਰਿੜ ਇਰਾਦੇ ਨਾਲ ਇਸ 'ਤੇ ਆਪਣਾ ਅਧਿਕਾਰ ਨਹੀਂ ਜਤਾਇਆ, ਸਗੋਂ ਇਸ 'ਤੇ ਨਾਅਰੇਬਾਜ਼ੀ ਹੀ ਕਰਦੀਆਂ ਰਹੀਆਂ ਹਨ। ਡੰਡੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਵੀ ਇਸ ਮਸਲੇ ਪ੍ਰਤੀ ਅਜਿਹੀ ਹੀ ਪਹੁੰਚ ਰਹੀ ਹੈ। ਡੰਡੀ ਅਸੀਂ ਇਸ ਲਈ ਪਿਛਲੀਆਂ ਸੂਬਾ ਸਰਕਾਰਾਂ ਨੂੰ ਕਸੂਰਵਾਰ ਮੰਨਦੇ ਹਾਂ ਕਿ ਉਨ੍ਹਾਂ ਨੇ ਆਪਣੀ ਪ੍ਰਤੀਬੱਧਤਾ ਦੀ ਘਾਟ ਕਾਰਨ ਇਸ ਸ਼ਹਿਰ 'ਚੋਂ ਆਪਣੇ ਬਹੁਤੇ ਦਫ਼ਤਰ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਡੰਡੀ ਅਪਣਾਇਆ ਜਾਂਦਾ ਇਹ ਅਮਲ ਅੱਜ ਵੀ ਜਾਰੀ ਹੈ। ਡੰਡੀ ਚੰਡੀਗੜ੍ਹ ਦੇ ਨਾਲ ਨਵਾਂ ਚੰਡੀਗੜ੍ਹ ਉਸਾਰਨਾ ਵੀ ਇਸ 'ਤੇ ਆਪਣੇ ਅਧਿਕਾਰ ਨੂੰ ਕਮਜ਼ੋਰ ਕਰਨਾ ਹੈ। ਡੰਡੀ ਇਨ੍ਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਹੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਨਿਕਲਦੀ ਜਾ ਰਹੀ ਹੈ। ਡੰਡੀ ਇਹ ਯੂਨੀਵਰਸਿਟੀ 138 ਸਾਲ ਪਹਿਲਾਂ ਲਾਹੌਰ ਵਿੱਚ ਸਥਾਪਿਤ ਹੋਈ ਸੀ ਅਤੇ ਲੰਮਾ ਸਮਾਂ ਪੰਜਾਬ ਦੀ ਸ਼ਾਨ ਬਣੀ ਰਹੀ ਸੀ। ਡੰਡੀ ਬਾਅਦ ਵਿੱਚ ਇਹ ਚੰਡੀਗੜ੍ਹ ਵਿੱਚ ਸਥਾਪਿਤ ਹੋਈ। ਡੰਡੀ
ਉਸ ਸਮੇਂ ਵੀ ਸੂਬਾ ਸਰਕਾਰ ਦੀ ਇਸ ਪ੍ਰਤੀ ਬੇਧਿਆਨੀ ਹੀ ਬਣੀ ਰਹੀ। ਡੰਡੀ ਅਜਿਹੀ ਪਹੁੰਚ ਅਤੇ ਸੋਚ ਕਰਕੇ ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਪੰਜਾਬ ਲਈ ਇੱਕ ਹੋਰ ਵੱਡੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਤੋਂ ਹੁਣ ਪੰਜਾਬ ਯੂਨੀਵਰਸਿਟੀ ਵੀ ਖੋਹੀ ਜਾ ਰਹੀ ਹੈ। ਡੰਡੀ 1966 ਵਿੱਚ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਐਲਾਨ ਦਿੱਤਾ ਗਿਆ ਸੀ, ਜਦੋਂ ਕਿ ਅਣਵੰਡੇ ਪੰਜਾਬ ਲਈ ਰਾਜਧਾਨੀ ਦੇ ਤੌਰ 'ਤੇ ਇਹ ਸ਼ਹਿਰ ਵਸਾਇਆ ਗਿਆ ਸੀ। ਡੰਡੀ ਉਸ ਸਮੇਂ ਇੱਥੋਂ 3 ਦਰਜਨ ਤੋਂ ਵੀ ਵਧੇਰੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜਿਆ ਗਿਆ ਸੀ। ਡੰਡੀ ਪੰਜਾਬ ਲਈ ਬਣਾਈ ਗਈ ਇਸ ਰਾਜਧਾਨੀ 'ਤੇ ਹਰ ਪੱਖੋਂ ਪੰਜਾਬ ਦਾ ਹੀ ਹੱਕ ਬਣਦਾ ਸੀ, ਕਿਉਂਕਿ ਦੇਸ਼ ਭਰ ਵਿੱਚ ਰਾਜਾਂ ਦੇ ਪੁਨਰਗਠਨ ਸਮੇਂ ਪਹਿਲੀਆਂ ਰਾਜਧਾਨੀਆਂ ਪੁਰਾਣੇ ਰਾਜਾਂ ਕੋਲ ਹੀ ਰਹੀਆਂ ਹਨ। ਡੰਡੀ ਨਵੇਂ ਬਣਨ ਵਾਲੇ ਰਾਜਾਂ ਲਈ ਨਵੀਆਂ ਰਾਜਧਾਨੀਆਂ ਬਣਾਈਆਂ ਗਈਆਂ ਹਨ। ਡੰਡੀ ਪਰ ਤਤਕਾਲੀ ਕੇਂਦਰੀ ਸਰਕਾਰਾਂ ਨੇ ਲਗਾਤਾਰ ਇੱਕ ਗਹਿਰੀ ਸਾਜ਼ਿਸ਼ ਅਧੀਨ ਇਸ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ। ਡੰਡੀ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਕੇਂਦਰੀ ਸਰਕਾਰਾਂ ਵੱਲੋਂ ਤੇ ਚੰਡੀਗੜ੍ਹ ਦੇ ਸਥਾਨਕ ਪ੍ਰਸ਼ਾਸਨਾਂ ਵੱਲੋਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਡੰਡੀ ਪੰਜਾਬੀ ਬੋਲੀ ਤਾਂ ਅਮਲੀ ਰੂਪ ਵਿੱਚ ਇਸ ਵਿੱਚੋਂ ਖਤਮ ਹੀ ਕਰ ਦਿੱਤੀ ਗਈ ਹੈ। ਡੰਡੀ ਪਹਿਰਾਂ ਪੰਜਾਬ ਦੀਆਂ ਸਰਕਾਰਾਂ ਵੀ ਇਸ ਪੱਖੋਂ ਅਵੇਸਲੀਆਂ ਬਣੀਆਂ ਰਹੀਆਂ ਹਨ। ਡੰਡੀ ਉਨ੍ਹਾਂ ਕਦੇ ਵੀ ਸਪਸ਼ਟ ਅਤੇ ਦ੍ਰਿੜ ਇਰਾਦੇ ਨਾਲ ਇਸ 'ਤੇ ਆਪਣਾ ਅਧਿਕਾਰ ਨਹੀਂ ਜਤਾਇਆ, ਸਗੋਂ ਇਸ 'ਤੇ ਨਾਅਰੇਬਾਜ਼ੀ ਹੀ ਕਰਦੀਆਂ ਰਹੀਆਂ ਹਨ। ਡੰਡੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਵੀ ਇਸ ਮਸਲੇ ਪ੍ਰਤੀ ਅਜਿਹੀ ਹੀ ਪਹੁੰਚ ਰਹੀ ਹੈ। ਡੰਡੀ ਅਸੀਂ ਇਸ ਲਈ ਪਿਛਲੀਆਂ ਸੂਬਾ ਸਰਕਾਰਾਂ ਨੂੰ ਕਸੂਰਵਾਰ ਮੰਨਦੇ ਹਾਂ ਕਿ ਉਨ੍ਹਾਂ ਨੇ ਆਪਣੀ ਪ੍ਰਤੀਬੱਧਤਾ ਦੀ ਘਾਟ ਕਾਰਨ ਇਸ ਸ਼ਹਿਰ 'ਚੋਂ ਆਪਣੇ ਬਹੁਤੇ ਦਫ਼ਤਰ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਡੰਡੀ ਅਪਣਾਇਆ ਜਾਂਦਾ ਇਹ ਅਮਲ ਅੱਜ ਵੀ ਜਾਰੀ ਹੈ। ਡੰਡੀ ਚੰਡੀਗੜ੍ਹ ਦੇ ਨਾਲ ਨਵਾਂ ਚੰਡੀਗੜ੍ਹ ਉਸਾਰਨਾ ਵੀ ਇਸ 'ਤੇ ਆਪਣੇ ਅਧਿਕਾਰ ਨੂੰ ਕਮਜ਼ੋਰ ਕਰਨਾ ਹੈ। ਡੰਡੀ ਇਨ੍ਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਹੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਨਿਕਲਦੀ ਜਾ ਰਹੀ ਹੈ। ਡੰਡੀ ਇਹ ਯੂਨੀਵਰਸਿਟੀ 138 ਸਾਲ ਪਹਿਲਾਂ ਲਾਹੌਰ ਵਿੱਚ ਸਥਾਪਿਤ ਹੋਈ ਸੀ ਅਤੇ ਲੰਮਾ ਸਮਾਂ ਪੰਜਾਬ ਦੀ ਸ਼ਾਨ ਬਣੀ ਰਹੀ ਸੀ। ਡੰਡੀ ਬਾਅਦ ਵਿੱਚ ਇਹ ਚੰਡੀਗੜ੍ਹ ਵਿੱਚ ਸਥਾਪਿਤ ਹੋਈ। ਡੰਡੀ ਉਸ ਸਮੇਂ ਵੀ ਸੂਬਾ ਸਰਕਾਰ ਦੀ ਇਸ ਪ੍ਰਤੀ ਬੇਧਿਆਨੀ ਹੀ ਬਣੀ ਰਹੀ। ਡੰਡੀ ਅਜਿਹੀ ਪਹੁੰਚ ਅਤੇ ਸੋਚ ਕਰਕੇ ਹੀ ਇਸ ਯੂਨੀਵਰਸਿਟੀ ਨੂੰ 2 ਦਹਾਕੇ
ਪਹਿਲਾਂ ਵੀ ਕੇਂਦਰੀ ਯੂਨੀਵਰਸਿਟੀ ਵਿੱਚ ਬਦਲਣ ਦੇ ਪੂਰੇ ਪ੍ਰਬੰਧ ਕਰ ਲਏ ਗਏ ਸਨ। ਡੰਡੀ ਇਸ ਵਿੱਚ ਸੂਬਾ ਸਰਕਾਰ ਦੀ ਵੀ ਰਜ਼ਾਮੰਦੀ ਸ਼ਾਮਿਲ ਸੀ। ਡੰਡੀ ਉਸ ਸਮੇਂ ਹੋਏ ਤਿੱਖੇ ਲੋਕ ਪ੍ਰਤੀਕਰਮ ਤੋਂ ਬਾਅਦ ਸੂਬਾ ਸਰਕਾਰ ਨੂੰ ਸਟਾਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਪੰਜਾਬ ਲਈ ਇੱਕ ਹੋਰ ਵੱਡੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਤੋਂ ਹੁਣ ਪੰਜਾਬ ਯੂਨੀਵਰਸਿਟੀ ਵੀ ਖੋਈ ਜਾ ਰਹੀ ਹੈ। ਡੰਡੀ 1966 ਵਿੱਚ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨ ਦਿੱਤਾ ਗਿਆ ਸੀ, ਜਦੋਂ ਕਿ ਅਣਵੰਡੇ ਪੰਜਾਬ ਲਈ ਰਾਜਧਾਨੀ ਦੇ ਤੌਰ ਤੇ ਇਹ ਸ਼ਹਿਰ ਵਸਾਇਆ ਗਿਆ ਸੀ। ਡੰਡੀ ਉਸ ਸਮੇਂ ਇੱਥੋਂ 3 ਦਰਜਨ ਤੋਂ ਵੀ ਵਧੇਰੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜਿਆ ਗਿਆ ਸੀ। ਡੰਡੀ ਪੰਜਾਬ ਲਈ ਬਣਾਈ ਗਈ ਇਸ ਰਾਜਧਾਨੀ ਤੇ ਹਰ ਪੱਖੋਂ ਪੰਜਾਬ ਦਾ ਹੀ ਹੱਕ ਬਣਦਾ ਸੀ, ਕਿਉਂਕਿ ਦੇਸ਼ ਭਰ ਵਿੱਚ ਰਾਜਾਂ ਦੇ ਪੁਨਰਗਠਨ ਸਮੇਂ ਪਹਿਲੀਆਂ ਰਾਜਧਾਨੀਆਂ ਪੁਰਾਣੇ ਰਾਜਾਂ ਕੋਲ ਹੀ ਰਹੀਆਂ ਹਨ। ਡੰਡੀ ਨਵੇਂ ਬਣਨ ਵਾਲੇ ਰਾਜਾਂ ਲਈ ਨਵੀਆਂ ਰਾਜਧਾਨੀਆਂ ਬਣਾਈਆਂ ਗਈਆਂ ਹਨ। ਡੰਡੀ ਪਰ ਤਤਕਾਲੀ ਕੇਂਦਰੀ ਸਰਕਾਰਾਂ ਨੇ ਲਗਾਤਾਰ ਇੱਕ ਗਹਿਰੀ ਸਾਜ਼ਿਸ਼ ਅਧੀਨ ਇਸ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ। ਡੰਡੀ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਕੇਂਦਰੀ ਸਰਕਾਰ ਵੱਲੋਂ ਤੇ ਚੰਡੀਗੜ੍ਹ ਦੇ ਸਥਾਨਕ ਪ੍ਰਸ਼ਾਸਨਾਂ ਵੱਲੋਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਡੰਡੀ ਪੰਜਾਬੀ ਬੋਲੀ ਤਾਂ ਅਮਲੀ ਰੂਪ ਵਿੱਚ ਇਸ ਵਿੱਚੋਂ ਖਤਮ ਹੀ ਕਰ ਦਿੱਤੀ ਗਈ ਹੈ। ਡੰਡੀ ਪੈਰਾ ਪੰਜਾਬ ਦੀਆਂ ਸਰਕਾਰਾਂ ਵੀ ਇਸ ਪੱਖੋਂ ਅਵੇਸਲੀਆਂ ਬਣੀਆਂ ਰਹੀਆਂ ਹਨ। ਡੰਡੀ ਉਨ੍ਹਾਂ ਕਦੇ ਵੀ ਸਪਸ਼ਟ ਅਤੇ ਦ੍ਰਿੜ ਇਰਾਦੇ ਨਾਲ ਇਸ ਤੇ ਆਪਣਾ ਅਧਿਕਾਰ ਨਹੀਂ ਜਤਾਇਆ, ਸਗੋਂ ਇਸ ਤੇ ਨਾਅਰੇਬਾਜ਼ੀ ਹੀ ਕਰਦੀਆਂ ਰਹੀਆਂ ਹਨ। ਡੰਡੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਵੀ ਇਸ ਮਸਲੇ ਪ੍ਰਤੀ ਅਜਿਹੀ ਹੀ ਪਹੁੰਚ ਰਹੀ ਹੈ। ਡੰਡੀ ਅਸੀਂ ਇਸ ਲਈ ਪਿਛਲੀਆਂ ਸੂਬਾ ਸਰਕਾਰਾਂ ਨੂੰ ਕਸੂਰਵਾਰ ਮੰਨਦੇ ਹਾਂ ਕਿ ਉਹਨਾਂ ਨੇ ਆਪਣੀ ਪ੍ਰਤੀਬੱਧਤਾ ਦੀ ਘਾਟ ਕਾਰਨ ਇਸ ਸ਼ਹਿਰ ਚੋਂ ਆਪਣੇ ਬਹੁਤੇ ਦਫ਼ਤਰ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਡੰਡੀ ਅਪਣਾਇਆ ਜਾਂਦਾ ਇਹ ਅਮਲ ਅੱਜ ਵੀ ਜਾਰੀ ਹੈ। ਡੰਡੀ ਚੰਡੀਗੜ੍ਹ ਦੇ ਨਾਲ ਨਵਾਂ ਚੰਡੀਗੜ੍ਹ ਉਸਾਰਨਾ ਵੀ ਇਸ ਤੇ ਆਪਣੇ ਅਧਿਕਾਰ ਨੂੰ ਕਮਜ਼ੋਰ ਕਰਨਾ ਹੈ। ਡੰਡੀ ਇਨ੍ਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਹੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਨਿਕਲਦੀ ਜਾ ਰਹੀ ਹੈ। ਡੰਡੀ ਇਹ ਯੂਨੀਵਰਸਿਟੀ 138 ਸਾਲ ਪਹਿਲਾਂ ਲਾਹੌਰ ਵਿੱਚ ਸਥਾਪਿਤ ਹੋਈ ਸੀ ਅਤੇ ਲੰਮਾ ਸਮਾਂ ਪੰਜਾਬ ਦੀ ਸ਼ਾਨ ਬਣੀ ਰਹੀ ਸੀ। ਡੰਡੀ ਬਾਅਦ ਵਿੱਚ ਇਹ ਚੰਡੀਗੜ੍ਹ ਵਿੱਚ ਸਥਾਪਿਤ ਹੋਈ। ਡੰਡੀ ਉਸ ਸਮੇਂ ਵੀ ਸੂਬਾ ਸਰਕਾਰ ਦੀ ਇਸ ਪ੍ਰਤੀ ਬੇਧਿਆਨੀ ਹੀ ਬਣੀ ਰਹੀ। ਡੰਡੀ ਅਜਿਹੀ ਪਹੁੰਚ ਅਤੇ ਸੋਚ ਕਰਕੇ ਹੀ ਇਸ ਯੂਨੀਵਰਸਿਟੀ ਨੂੰ 2 ਦਹਾਕੇ ਪਹਿਲਾਂ ਵੀ ਕੇਂਦਰੀ ਯੂਨੀਵਰਸਿਟੀ ਵਿੱਚ ਬਦਲਣ ਦੇ ਪੂਰੇ ਪ੍ਰਬੰਧ ਕਰ ਲਏ ਗਏ ਸਨ। ਡੰਡੀ ਇਸ ਵਿੱਚ ਸੂਬਾ ਸਰਕਾਰ ਦੀ ਵੀ ਰਜ਼ਾਮੰਦੀ ਸ਼ਾਮਲ ਸੀ। ਡੰਡੀ ਉਸ ਸਮੇਂ ਹੋਏ ਤਿੱਖੇ ਲੋਕ ਪ੍ਰਤੀਕਰਮ ਤੋਂ ਬਾਅਦ ਸੂਬਾ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਡੰਡੀ ਪੈਰਾ ਅਸੀਂ ਇਹ ਗੱਲ ਬੜੇ ਅਫਸੋਸ ਨਾਲ ਲਿਖ ਰਹੇ ਹਾਂ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਇੱਕ ਵਿਸ਼ੇਸ਼ ਨੀਤੀ ਤਹਿਤ ਉੱਤਰੀ ਭਾਰਤ ਦੇ ਵੱਡੇ ਵਿਦਿਅਕ ਅਤੇ ਨਾਰਥ ਇੰਡੀਆ
ਕਲਚਰਲ ਸੈਂਟਰ ਵਰਗੇ ਅਦਾਰਿਆਂ ਨੂੰ ਆਪਣੀਆਂ ਬਣਾਈਆਂ ਨੀਤੀਆਂ ਤਹਿਤ ਚਲਾਉਣ ਦੀ ਪੂਰੀ ਯੋਜਨਾਬੰਦੀ ਕੀਤੀ ਹੋਈ ਹੈ। ਡੰਡੀ ਆਪਣੀ ਇਸ ਪਹੁੰਚ ਵਿੱਚ ਉਹ ਕਾਫੀ ਹੱਦ ਤੱਕ ਸਫਲ ਵੀ ਹੋ ਰਹੀ ਹੈ। ਡੰਡੀ ਇਸੇ ਕੜੀ ਵਿੱਚ ਪੰਜਾਬ ਦੀ ਸ਼ਾਨ ਬਣੀ ਰਹੀ ਚੰਡੀਗੜ੍ਹ ਸਥਿਤ ਇਸ ਯੂਨੀਵਰਸਿਟੀ ਦਾ ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਪੰਜਾਬ ਲਈ ਇੱਕ ਹੋਰ ਵੱਡੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਤੋਂ ਹੁਣ ਪੰਜਾਬ ਯੂਨੀਵਰਸਿਟੀ ਵੀ ਖੋਈ ਜਾ ਰਹੀ ਹੈ। ਡੰਡੀ 1966 ਵਿੱਚ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨ ਦਿੱਤਾ ਗਿਆ ਸੀ, ਜਦੋਂ ਕਿ ਅਣਵੰਡੇ ਪੰਜਾਬ ਲਈ ਰਾਜਧਾਨੀ ਦੇ ਤੌਰ ਤੇ ਇਹ ਸ਼ਹਿਰ ਵਸਾਇਆ ਗਿਆ ਸੀ। ਡੰਡੀ ਉਸ ਸਮੇਂ ਇੱਥੋਂ 3 ਦਰਜਨ ਤੋਂ ਵੀ ਵਧੇਰੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜਿਆ ਗਿਆ ਸੀ। ਡੰਡੀ ਪੰਜਾਬ ਲਈ ਬਣਾਈ ਗਈ ਇਸ ਰਾਜਧਾਨੀ ਤੇ ਹਰ ਪੱਖੋਂ ਪੰਜਾਬ ਦਾ ਹੀ ਹੱਕ ਬਣਦਾ ਸੀ, ਕਿਉਂਕਿ ਦੇਸ਼ ਭਰ ਵਿੱਚ ਰਾਜਾਂ ਦੇ ਪੁਨਰਗਠਨ ਸਮੇਂ ਪਹਿਲੀਆਂ ਰਾਜਧਾਨੀਆਂ ਪੁਰਾਣੇ ਰਾਜਾਂ ਕੋਲ ਹੀ ਰਹੀਆਂ ਹਨ। ਡੰਡੀ ਨਵੇਂ ਬਣਨ ਵਾਲੇ ਰਾਜਾਂ ਲਈ ਨਵੀਆਂ ਰਾਜਧਾਨੀਆਂ ਬਣਾਈਆਂ ਗਈਆਂ ਹਨ। ਡੰਡੀ ਪਰ ਤਤਕਾਲੀ ਕੇਂਦਰੀ ਸਰਕਾਰਾਂ ਨੇ ਲਗਾਤਾਰ ਇੱਕ ਗਹਿਰੀ ਸਾਜ਼ਿਸ਼ ਅਧੀਨ ਇਸ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ। ਡੰਡੀ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਕੇਂਦਰੀ ਸਰਕਾਰਾਂ ਵੱਲੋਂ ਤੇ ਚੰਡੀਗੜ੍ਹ ਦੇ ਸਥਾਨਕ ਪ੍ਰਸ਼ਾਸਨਾਂ ਵੱਲੋਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਡੰਡੀ ਪੰਜਾਬੀ ਬੋਲੀ ਤਾਮਲੀ ਰੂਪ ਵਿੱਚ ਇਸ ਵਿੱਚੋਂ ਖਤਮ ਹੀ ਕਰ ਦਿੱਤੀ ਗਈ ਹੈ। ਡੰਡੀ ਪੈਰਾ ਪੰਜਾਬ ਦੀਆਂ ਸਰਕਾਰਾਂ ਵੀ ਇਸ ਪੱਖੋਂ ਅਵੇਸਲੀਆਂ ਬਣੀਆਂ ਰਹੀਆਂ ਹਨ। ਡੰਡੀ ਉਹਨਾਂ ਕਦੇ ਵੀ ਸਪਸ਼ਟ ਅਤੇ ਦ੍ਰਿੜ ਇਰਾਦੇ ਨਾਲ ਇਸ ਤੇ ਆਪਣਾ ਅਧਿਕਾਰ ਨਹੀਂ ਜਤਾਇਆ, ਸਗੋਂ ਇਸ ਤੇ ਨਾਅਰੇਬਾਜ਼ੀ ਹੀ ਕਰਦੀਆਂ ਰਹੀਆਂ ਹਨ। ਡੰਡੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਵੀ ਇਸ ਮਾਮਲੇ ਪ੍ਰਤੀ ਅਜਿਹੀ ਹੀ ਪਹੁੰਚ ਰਹੀ ਹੈ। ਡੰਡੀ ਅਸੀਂ ਇਸ ਲਈ ਪਿਛਲੀਆਂ ਸੂਬਾ ਸਰਕਾਰਾਂ ਨੂੰ ਕਸੂਰਵਾਰ ਮੰਨਦੇ ਹਾਂ ਕਿ ਉਹਨਾਂ ਨੇ ਆਪਣੀ ਪ੍ਰਤੀਬੱਧਤਾ ਦੀ ਘਾਟ ਕਾਰਨ ਇਸ ਸ਼ਹਿਰ ਚੋਂ ਆਪਣੇ ਬਹੁਤੇ ਦਫ਼ਤਰ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਡੰਡੀ ਅਪਣਾਇਆ ਜਾਂਦਾ ਇਹ ਅਮਲ ਅੱਜ ਵੀ ਜਾਰੀ ਹੈ। ਡੰਡੀ ਚੰਡੀਗੜ੍ਹ ਦੇ ਨਾਲ ਨਵਾਂ ਚੰਡੀਗੜ੍ਹ ਉਸਾਰਨਾ ਵੀ ਇਸ ਤੇ ਆਪਣੇ ਅਧਿਕਾਰ ਨੂੰ ਕਮਜ਼ੋਰ ਕਰਨਾ ਹੈ। ਡੰਡੀ ਇਨ੍ਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਹੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਨਿਕਲਦੀ ਜਾ ਰਹੀ ਹੈ। ਡੰਡੀ ਇਹ ਯੂਨੀਵਰਸਿਟੀ 138 ਸਾਲ ਪਹਿਲਾਂ ਲਾਹੌਰ ਵਿੱਚ ਸਥਾਪਿਤ ਹੋਈ ਸੀ ਅਤੇ ਲੰਮਾ ਸਮਾਂ ਪੰਜਾਬ ਦੀ ਸ਼ਾਨ ਬਣੀ ਰਹੀ ਸੀ। ਡੰਡੀ ਬਾਅਦ ਵਿੱਚ ਇਹ ਚੰਡੀਗੜ੍ਹ ਵਿੱਚ ਸਥਾਪਿਤ ਹੋਈ। ਡੰਡੀ ਉਸ ਸਮੇਂ ਵੀ ਸੂਬਾ ਸਰਕਾਰ ਦੀ ਇਸ ਪ੍ਰਤੀ ਬੇਧਿਆਨੀ ਹੀ ਬਣੀ ਰਹੀ। ਡੰਡੀ ਅਜਿਹੀ ਪਹੁੰਚ ਅਤੇ ਸੋਚ ਕਰਕੇ ਹੀ ਇਸ ਯੂਨੀਵਰਸਿਟੀ ਨੂੰ 2 ਦਹਾਕੇ ਪਹਿਲਾਂ ਵੀ ਕੇਂਦਰੀ ਯੂਨੀਵਰਸਿਟੀ ਵਿੱਚ ਬਦਲਣ ਦੇ ਪੂਰੇ ਪ੍ਰਬੰਧ ਕਰ ਲਏ ਗਏ ਸਨ। ਡੰਡੀ ਇਸ ਵਿੱਚ ਸੂਬਾ ਸਰਕਾਰ ਦੀ ਵੀ ਰਜਾਮੰਦੀ ਸ਼ਾਮਿਲ ਸੀ। ਡੰਡੀ ਉਸ ਸਮੇਂ ਹੋਏ ਤਿੱਖੇ ਲੋਕ ਪ੍ਰਤੀਕਰਮ ਤੋਂ ਬਾਅਦ ਸੂਬਾ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਡੰਡੀ ਪੈਰਾ ਅਸੀਂ ਇਹ ਗੱਲ ਬੜੇ ਅਫਸੋਸ ਨਾਲ ਲਿਖ ਰਹੇ ਹਾਂ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਇੱਕ ਵਿਸ਼ੇਸ਼ ਨੀਤੀ ਤਹਿਤ ਉੱਤਰੀ ਭਾਰਤ ਦੇ ਵੱਡੇ ਵਿਦਿਅਕ ਅਤੇ ਨਾਰਥ ਇੰਡੀਆ ਕਲਚਰਲ ਸੈਂਟਰ ਵਰਗੇ ਅਦਾਰਿਆਂ ਨੂੰ ਆਪਣੀਆਂ ਬਣਾਈਆਂ ਨੀਤੀਆਂ ਤਹਿਤ ਚਲਾਉਣ ਦੀ ਪੂਰੀ ਯੋਜਨਾਬੰਦੀ ਕੀਤੀ ਹੋਈ ਹੈ। ਡੰਡੀ ਆਪਣੀ ਇਸ ਪਹੁੰਚ ਵਿੱਚ ਉਹ ਕਾਫੀ ਹੱਦ ਤੱਕ ਸਫਲ ਵੀ ਹੋ ਰਹੀ ਹੈ। ਡੰਡੀ ਇਸੇ ਕੜੀ ਵਿੱਚ ਪੰਜਾਬ ਦੀ ਸ਼ਾਨ ਬਣੀ ਰਹੀ ਚੰਡੀਗੜ੍ਹ ਸਥਿਤ ਇਸ ਯੂਨੀਵਰਸਿਟੀ ਦਾ ਸਰੂਪ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈ। ਡੰਡੀ ਤੈਅਸ਼ੁਦਾ ਨੀਤੀ
ਅਧੀਨ ਹੀ ਇੱਥੇ ਦੇ ਉਪ ਕੁਲਪਤੀ ਦੀ ਨਿਯੁਕਤੀ ਕੀਤੀ ਗਈ ਸੀ ਤਾਂ ਜੋ ਉਸ ਨੂੰ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰਨ ਦਾ ਕੰਮ ਸੌਂਪਿਆ ਜਾਏ। ਡੈਂਡੀ ਇਸ ਨੀਤੀ ਵਿੱਚ ਮੋਦੀ ਸਰਕਾਰ ਸਫਲ ਵੀ ਹੁੰਦੀ ਜਾ ਰਹੀ ਹੈ। ਡੈਂਡੀ ਇਸੇ ਕੜੀ ਵਿੱਚ ਹੀ ਹੋਣ ਵਾਲੀਆਂ ਸੈਨੇਟ ਅਤੇ ਸਿੰਡੀਕੇਟ ਦੀਆਂ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਟਾਲਿਆ ਗਿਆ ਹੈ। ਡੈਂਡੀ ਉਸ ਦੀ ਥਾਂ ਤੇ